ਜੇਕਰ ਗੱਲ ਕਰੀਏ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਤਾਂ ਮੌਜੂਦਾ ਹਾਲਾਤਾਂ ਦੀ ਵਿੱਚ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਦਿੱਲੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਚੱਲਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਕਾਂਗਰਸ ਦੀ, ਤੇ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਸਿਰਫ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ਕਰਕੇ ਉਹਨਾਂ ਦੇ ਆਪਣੇ ਹੀ ਮੰਤਰੀ ਅਤੇ ਐਮਐਲਏ ਨੇ ਉਹਨਾਂ ਦੇ ਖਿਲਾਫ ਜਿਹੜੀ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਇਸ ਦੇ ਨਾਲ ਹੀ ਫਿਰ ਜੇ ਗੱਲ ਕਰੀਏ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਤੋਂ ਬਾਅਦ ਸਿਆਸਤ ਦੇ ਵਿੱਚ ਨਵੀਂ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਸੋ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਗੱਲਬਾਤ ਕਰਨ ਲਈ ਅੱਜ ਮੇਰੇ ਨਾਲ ਹਾਜ਼ਰ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਜੀ, ਜਿਨ੍ਹਾਂ ਨੂੰ ਲਗਾਤਾਰ ਖੇਤੀ ਕਾਨੂੰਨਾਂ ਦੇ ਚੱਲਦੇ ਹੋਏ, ਖੇਤੀ ਬਿੱਲਾਂ ਦੇ ਚੱਲਦੇ ਹੋਏ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲਗਾਤਾਰ 1.5 ਮਹੀਨੇ ਤੋਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਘਰ ਦੇ ਅੱਗੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ। ਸੋ ਮੈਂ ਹਰਦੀਪ ਕੌਰ ਵਿਰਕ ਸਵਾਗਤ ਕਰਦੀ ਹਾਂ ਤੁਹਾਡਾ ਸਰ, ਤੇ ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਅੱਜ ਦੇ ਮੌਜੂਦਾ ਹਾਲਾਤਾਂ ਦੀ। ਸਭ ਤੋਂ ਮੇਰਾ ਪਹਿਲਾ ਸਵਾਲ, ਵਿਰੋਧ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ, ਵਿਰੋਧ ਦਾ ਸ਼ਿਕਾਰ ਤੁਸੀਂ ਵੀ ਹੋ, 1.5 ਮਹੀਨੇ ਤੋਂ ਅੰਦੋਲਨ ਚੱਲ ਰਿਹਾ, ਕੀ ਕਹੋਗੇ? ऐसा है कि पहले तो मैं ਇਹਦੀ ਪ੍ਰਿਸ਼ਠਭੂਮੀ ਜਾਵਾਂਗਾ ਕਿ ਇਹ ਕਾਂਗਰਸ ਨੇ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਗੁੰਮਰਾਹ ਕੀਤਾ ਹੈ ਕਿਸਾਨ ਦੋਸਤਾਂ ਨੂੰ। ਕਿਸਾਨਾਂ ਦਾ ਮੈਂ ਸਨਮਾਨ ਕਰਨਾ ਹੈ, ਉਹ ਅੰਨਦਾਤਾ ਨੇ। ਪਰ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਇੱਕ ਪ੍ਰਸ਼ਨ ਕਰਨਾ ਚਾਹੁੰਦਾ ਹਾਂ ਕਿ 2017 ਦੇ ਚੁਣਾਵਾਂ ਦੇ ਵਿੱਚ ਉਹਨਾਂ ਨੇ ਮੈਨੀਫੈਸਟੋ ਵਿੱਚ ਇਹ ਲਿੱਤਾ ਕਿ ਜਿਹੜੇ ਖੇਤੀ ਦੇ ਕਾਨੂੰਨ ਨੇ ਉਹ ਜੇ ਮੈਂ ਮੁੱਖ ਮੰਤਰੀ ਬਣਿਆ ਤੇ ਲੈ ਕੇ ਆਵਾਂਗੇ। ਉਹਨਾਂ ਨੇ ਵਕਾਲਤ ਕੀਤੀ ਖੇਤੀ ਦੇ ਕਾਨੂੰਨਾਂ ਦੀ। ਉਸ ਤੋਂ ਬਾਅਦ 2019 ਦੇ ਜਿਹੜੇ ਲੋਕ ਸਭਾ ਦੇ ਚੁਣਾਵ ਹੋਏ ਉਹਦੇ ਵਿੱਚ ਵੀ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਮੁੱਦਾ ਆਪਣੇ ਮੈਨੀਫੈਸਟੋ ਵਿੱਚ ਸ਼ਾਮਿਲ ਕੀਤਾ ਕਿ ਜੇ ਚੁਣਾਵ ਮੈਂ ਜਿੱਤ ਗਿਆ ਤੇ ਮੈਂ ਲੋਕ ਸਭਾ ਦੇ ਚੁਣਾਵ ਦੇ ਸਾਡੇ ਕੈਂਡੀਡੇਟ ਜਿੱਤੇ ਤੇ ਅਸੀਂ ਪੰਜਾਬ ਦੇ ਵਿੱਚ ਖੇਤੀ ਕਾਨੂੰਨ ਲੈ ਕੇ ਆਵਾਂਗੇ। ਉਸ ਤੋਂ ਬਾਅਦ ਮੈਂ ਗਵਾਹ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮਨਮੋਹਨ ਸਿੰਘ ਜੀ ਦੀ ਪ੍ਰੈਜ਼ੈਂਸ ਵਿੱਚ ਰਾਜ ਸਭਾ ਵਿੱਚ ਮਨਮੋਹਨ ਸਿੰਘ ਜੀ ਬਾਰੇ ਕਿਹਾ ਕਿ ਮਨਮੋਹਨ ਸਿੰਘ ਜੀ ਬੈਠੇ ਨੇ ਔਰ ਮਨਮੋਹਨ ਸਿੰਘ ਜੀ ਜਿਹੜੇ ਨੇ ਉਹ ਜਵਾਬ ਦੇਣ ਕਿ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਮਨਮੋਹਨ ਸਿੰਘ ਜੀ ਮੌਨ ਰਹੇ ਔਰ ਉਹਨਾਂ ਨੇ ਇਹ ਗੱਲ ਦਾ ਪ੍ਰਮਾਣ ਦਿੱਤਾ ਕਿ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਦਿੱਤਾ ਸੀ। ਮਨਮੋਹਨ ਸਰਕਾਰ ਦੇ ਵਿੱਚ ਰਹੇ ਖੇਤੀ ਮੰਤਰੀ ਸ਼ਰਦ ਪਵਾਰ ਜੀ, ਉਹਨਾਂ ਨੇ ਵੀ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਉਹ ਤਾਂ ਖੇਤੀ ਕਾਨੂੰਨਾਂ ਦੀ ਪਾਲਣਾ ਵੀ ਕਰ ਰਹੇ ਨੇ, ਕਿਉਂਕਿ ਜਿਹੜੇ ਉਹ ਬੈਲਟ ਵਿੱਚ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ ਰਹਿ ਰਹੇ ਨੇ, ਵੈਸਟਰਨ ਮਹਾਰਾਸ਼ਟਰ ਦੇ ਵਿੱਚ, ਉੱਥੇ ਗੰਨੇ ਦੀ ਜਿਹੜੀ ਖੇਤੀ ਹੈ ਬਹੁਤ ਹੁੰਦੀ ਹੈ ਔਰ ਗੰਨੇ ਦੀ ਖੇਤੀ ਕੰਟੈਕਚੁਅਲ ਫਾਰਮਿੰਗ ਹੈ। ਗੰਨਾ ਮਿੱਲਾਂ ਦੇ ਨਾਲ ਕੰਟਰੈਕਟ ਸਾਈਨ ਹੁੰਦਾ ਹੈ ਗੰਨਾ ਪੈਦਾਵਾਰ ਕਰਨ ਵਾਲਿਆਂ ਦਾ, ਔਰ ਸ਼ਰਦ ਪਵਾਰ ਜੀ ਖੁਦ ਕੰਟੈਕਚੁਅਲ ਫਾਰਮਿੰਗ ਕਰਦੇ ਨੇ, ਉਹ ਖੁਦ ਗੰਨੇ ਦੀ ਖੇਤੀ ਵੀ ਕਰਦੇ ਨੇ ਔਰ ਉੱਥੇ ਉਹਨਾਂ ਦੀ ਮਿਲਸ ਵੀ ਹੈਗੀਆਂ ਨੇ। ਸੋ ਉਹਨਾਂ ਦਾ ਵਿਰੋਧ ਕਰਨਾ ਬੜਾ ਹਾਸੇਪਦ ਲੱਗਦਾ ਹੈ। ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ। ਸੋ ਮੈਂ ਸਮਝਦਾ, ਔਰ ਕੇਜਰੀਵਾਲ ਉਹਨਾਂ ਦੀ ਇੰਟਰਵਿਊ ਹੈ ਕਿ ਖੇਤੀ ਕਾਨੂੰਨ ਬਾਰੇ ਉਹ ਕਹਿ ਰਹੇ ਨੇ ਕਿ ਤਿੰਨੋਂ ਖੇਤੀ ਕਾਨੂੰਨ ਬਹੁਤ ਅੱਛੇ ਨੇ, ਇਹਦੇ ਨਾਲ ਕਿਸਾਨਾਂ ਦਾ ਭਵਿੱਖ ਬਦਲ ਜਾਏਗਾ। ਕੇਵਲ ਇਹ ਭਾਰਤੀ ਇਹ ਲਾਗੂ ਨਹੀਂ ਕਰ ਸਕੇ ਕਿਉਂਕਿ ਕਮਜ਼ੋਰ ਮਾਨਸਿਕਤਾ ਸੀ, ਕਮਜ਼ੋਰ ਸਰਕਾਰਾਂ ਸੀ, ਲੋਕਾਂ ਦੇ ਹਿੱਤ ਦੇ ਨਿਰਣੇ ਨਹੀਂ ਕਰ ਪਾਉਂਦੀਆਂ ਸੀ। ਅੱਜ ਮੋਦੀ ਜੀ ਜੈਸੇ ਬੱਬਰ ਸ਼ੇਰ ਦੇ ਹੱਥ ਦੇ ਵਿੱਚ ਕਮਾਨ ਹੈ, ਕਥਨੀ ਕਰਨੀ ਦੇ ਇੱਕ ਨੇ, ਲੋਕਾਂ ਦੇ ਕਲਿਆਣ ਦੇ ਲਈ ਕਈ ਉਹਨਾਂ ਨੇ ਯੋਜਨਾਵਾਂ ਜਿਹੜੀਆਂ ਨੇ ਉਹ ਨੇਪੜੇ ਚਾੜੀਆਂ, ਭਾਵੇਂ ਉਹ GST ਹੋਏ, ਭਾਵੇਂ 370 ਤੇ 35A ਦੇ ਨਾਲ ਕਸ਼ਮੀਰ ਨੂੰ ਉਹਨਾਂ ਨੇ ਅੱਜ ਦੇਸ਼ ਦਾ ਅੰਗ ਬਣਾ ਦਿੱਤਾ ਹੈ। ਅੱਜ ਕਸ਼ਮੀਰ ਵਿੱਚ ਕੋਈ ਅਲੱਗ ਕਾਨੂੰਨ, ਅਲੱਗ ਸਰਕਾਰ ਨਹੀਂ ਹੈ। ਕਸ਼ਮੀਰ ਅੱਜ ਹੋਰਾਂ ਸੂਬਿਆਂ ਵਾਂਗੂ ਹੀ ਦੇਸ਼ ਦਾ ਇੱਕ ਸੂਬਾ ਹੈ। ਸੋ ਮੈਂ ਉਹੀ ਤੁਹਾਨੂੰ ਜਵਾਬ ਦੇ ਰਿਹਾ ਕਿ ਕਿਸਾਨਾਂ ਦੇ ਮੁੱਦੇ ਦੇ ਵਿੱਚ ਇਹ ਲੌਜ਼ ਤਦ ਤੱਕ ਠੀਕ ਸੀ ਜਦ ਤੱਕ ਵਿਪਕਸ਼ੀ ਪਾਰਟੀਆਂ ਲਿਆ ਰਹੀਆਂ ਸੀ। ਜਦ ਭਾਰਤੀ ਜਨਤਾ ਪਾਰਟੀ ਇਹ ਕਿਸਾਨਾਂ ਦੇ ਹਿੱਤ ਦੇ ਲੌਜ਼ ਲੈ ਕੇ ਆਈ ਹੈ, ਕਿਉਂਕਿ ਮੋਦੀ ਜੀ ਨੇ ਪਹਿਲੇ ਵੀ ਕਿਸਾਨਾਂ ਦਾ ਬੜਾ ਹਿੱਤ ਕੀਤਾ ਹੈ। ਉਹਨਾਂ ਨੇ ਅੱਜ ਨਿਊਨਤਮ ਖੇਤੀ ਦਾ ਜਿਹੜਾ ਮੁੱਲ ਹੈ ਉਹਨੂੰ ਦੁੱਗਣਾ ਤੇ ਤਿਗਣਾ ਕੀਤਾ, ਮਿਨੀਮਮ ਸਪੋਰਟ ਪ੍ਰਾਈਸ ਨੂੰ। ਉਹਨਾਂ ਨੇ ਅੱਜ ਪਹਿਲੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ 6000 ਰੁਪਏ ਪੈਨਸ਼ਨ ਜਿਹੜੀ ਹੈ ਸਾਲਾਨਾ ਉਹ ਦਿੱਤੀ ਹੈ। ਔਰ ਤੁਸੀਂ ਇਹ ਮੈਡਮ ਦੇਖੋ ਕਿ 4 ਮਹੀਨਿਆਂ ਦੀ ਪੈਨਸ਼ਨ 26000 ਕਰੋੜ ਰੁਪਇਆ ਬਣਦੀ ਹੈ। ਉਹਨਾਂ ਨੇ ਕਿਸਾਨਾਂ ਨੂੰ ਜਿਹੜੀ ਖਾਦ ਦੇ ਲਈ
ਇਹ ਕਾਂਗਰਸੀ ਸਰਕਾਰਾਂ 'ਚ ਕਾਂਗਰਸੀ ਉਹਨਾਂ ਦੀ ਜਮਾਖੋਰੀ ਕਰ ਲੈਂਦੇ ਸੀ। ਯੂਰੀਆ ਮਿਲਦਾ ਨਹੀਂ ਸੀ, ਡੰਡੇ ਮਿਲਦੇ ਸੀ ਪੁਲਿਸ ਦੇ ਜਦੋਂ ਪੈਸੇ ਲੈ ਕੇ ਕਿਸਾਨ ਯੂਰੀਆ ਲੈਣ ਜਾਂਦੇ ਸੀ। ਅੱਜ ਯੂਰੀਆ ਉਪਲਬਧ ਹੈ। ਇਹ ਸਾਰੀਆਂ ਗੱਲਾਂ ਮੰਨ ਲੈਂਦੇ ਆ ਮਲਿਕ ਸਾਹਿਬ, ਲੇਕਿਨ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਕਹਿੰਦੇ ਆ ਕਿ ਤੁਸੀਂ ਕਹਿੰਦੇ ਕਿ ਕਾਂਗਰਸ ਸਰਕਾਰ ਨੇ ਜਿਹੜਾ ਹੈਗਾ ਪਹਿਲਾਂ ਜਿਹੜਾ ਹੈਗਾ ਖੇਤੀ ਬਿੱਲਾਂ ਦਾ ਜਿਹੜਾ ਸਮਰਥਨ ਕੀਤਾ ਤੇ ਬਾਅਦ ਵਿੱਚ ਜਿਹੜਾ ਵਿਪੱਖ ਦੇ ਵਿੱਚ ਆ ਗਏ ਨੇ। ਪਰ ਜੇਕਰ ਇਹ ਗੱਲ ਮੰਨ ਵੀ ਲਈ ਜਾਵੇ, ਪਰੰਤੂ ਹੁਣ ਲੰਬੇ ਸਮੇਂ ਤੋਂ ਜਦੋਂ ਕਿਸਾਨ ਜਥੇਬੰਦੀਆਂ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਦੇ ਵਿੱਚ ਬੈਠੀਆਂ ਹੋਈਆਂ ਨੇ, ਉਹ ਨਹੀਂ ਮੰਨ ਰਹੀਆਂ ਕਿ ਸਾਨੂੰ ਜਿਹੜੀ ਚੀਜ਼ ਨਹੀਂ ਚਾਹੀਦੀ। ਇੱਕ ਬੰਦੇ ਨੇ ਪਾਣੀ ਨਹੀਂ ਪੀਣਾ, ਉਹਨੂੰ ਧੱਕੇ ਦੇ ਨਾਲ ਪਾਣੀ ਪਿਆਇਆ ਜਾ ਰਿਹਾ। ਜਦੋਂ ਇੰਨਾ ਨੁਕਸਾਨ ਹੋ ਰਿਹਾ, ਦੇਸ਼ ਦੀ ਇਕਨੋਮੀ ਦਾ ਜਿਹੜਾ ਹੈਗਾ ਬੇੜਾ ਗਰਕ ਹੁੰਦਾ ਜਾ ਰਿਹਾ, ਹੋਰ ਕਿੰਨੇ ਨੁਕਸਾਨਾਂ ਦਾ ਸਾਨੂੰ ਜਿਹੜਾ ਹੈਗਾ ਵਿਰੋਧ ਸਾਹਮਣਾ ਕਰਨਾ ਪੈ ਰਿਹਾ, ਉਸ ਦੇ ਬਾਵਜੂਦ ਜਿਹੜੀ ਭਾਰਤੀ ਜਨਤਾ ਪਾਰਟੀ ਆ ਆਪਣੀ ਇੱਕ ਜਿੱਦ ਦੇ ਪਿੱਛੇ ਕੀ ਜਿਹੜੀ ਹੈਗੀ ਹੈ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਪਹਿਲੀ ਗੱਲ ਤਾਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਜਿਹੜੀ ਦੇਸ਼ ਦੀ ਇਕੋਨਮੀ ਹੈ, ਦੇਸ਼ ਆਤਮ ਨਿਰਭਰ ਬਣ ਰਿਹਾ ਹੈ। ਅੱਜ 1 ਲੱਖ ਕਰੋੜ ਤੋਂ ਵੱਧ GST ਜਿਹੜੀ ਹੈ ਉਹ ਦੇਸ਼ ਦੇ ਵਿੱਚ ਕਲੈਕਟ ਹੋ ਰਹੀ ਹੈ। ਦੇਸ਼ ਦੀ ਇਕੋਨਮੀ ਅੱਗੇ ਨਾਲੋਂ ਬਹੁਤ ਇੰਪਰੂਵ ਹੋ ਰਹੀ ਹੈ। ਜਿਹੜੀ ਕਰੋਨਾ ਕਰਕੇ ਉਹਦੇ ਵਿੱਚ ਗਿਰਾਵਟ ਆਈ ਸੀ। ਕਿਸਾਨ ਵੀ ਦੇਸ਼ ਦੇ 80% ਤੋਂ ਜ਼ਿਆਦਾ ਇਹ ਕਾਨੂੰਨਾਂ ਨੂੰ ਲਾਗੂ ਕਰ ਚੁੱਕੇ ਨੇ ਔਰ ਇਹ ਕਾਨੂੰਨਾਂ ਦੇ ਮੁਤਾਬਕ ਚੱਲ ਰਹੇ ਨੇ। ਕੇਵਲ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਰਤਾ ਚੱਲ ਰਹੀ ਹੈ ਔਰ ਉਹ ਵਾਰਤਾ ਦੇ ਲਗਭਗ 11 ਦੌਰ ਚੱਲ ਚੁੱਕੇ ਨੇ ਔਰ ਮੈਨੂੰ ਪੂਰੀ ਆਸ ਔਰ ਵਿਸ਼ਵਾਸ ਹੈ ਕਿ ਇਸ ਮੁੱਦੇ ਦਾ ਹੱਲ ਟੇਬਲ 'ਤੇ ਹੋਏਗਾ ਔਰ ਟੇਬਲ 'ਤੇ ਬੈਠ ਕੇ ਇਹ ਕਾਨੂੰਨਾਂ ਬਾਰੇ ਚਰਚਾ ਕਰਨਗੇ। ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਨਾ ਕਿ ਗੁੱਸਾ ਤੇ ਜਿਹੜਾ ਇੱਕ ਜ਼ਿੱਦ ਹੈ ਉਹਨੂੰ ਛੱਡ ਦੇਣ ਔਰ ਟੇਬਲ 'ਤੇ ਆਉਣ। ਪ੍ਰਧਾਨ ਮੰਤਰੀ ਕਹਿੰਦੇ ਨੇ ਮੈਂ ਇੱਕ ਫੋਨ ਕਾਲ ਦੂਰ ਹਾਂ, ਤੁਸੀਂ ਟੇਬਲ 'ਤੇ ਆਓ, ਹਰ ਮੁੱਦੇ ਦਾ ਸਮਾਧਾਨ ਕਰਾਂਗੇ। ਔਰ ਮੈਨੂੰ ਪੂਰਾ ਆਸ ਹੈ ਕਿ ਬੜੇ ਅੰਦੋਲਨ ਹੋਏ ਔਰ ਉਹਨਾਂ ਦਾ ਸਮਾਧਾਨ ਟੇਬਲ ਦੇ ਉੱਤੇ ਵਾਰਤਾ ਦੇ ਨਾਲ ਨਿਕਲਿਆ। ਸੋ ਇਸ ਮੁੱਦੇ ਦਾ ਵੀ ਕਿ ਜਿਹੜਾ ਕੁਝ ਕਿਸਾਨ ਜਿਨ੍ਹਾਂ ਨੂੰ ਇਸ ਬਾਰੇ ਕੁਝ ਡਿਸਕਸ਼ਨ ਕਰਕੇ ਲੋੜ ਹੈ ਕਿ ਜਾਣਕਾਰੀ ਆਦਾਨ ਪ੍ਰਦਾਨ ਕੀਤੀ ਜਾਏ, ਉਹਨਾਂ ਨਾਲ ਇਹ ਮਸਲਾ ਹੱਲ ਹੋ ਜਾਏਗਾ। ਅੰਦੋਲਨ ਤੋਂ ਹਟ ਕੇ ਅਸੀਂ ਜੇ ਪਿੱਛੇ ਹੁਣ ਦੀ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ, ਜਿਹੜੇ ਖਾਸ ਤੌਰ ਤੇ ਜਿਹਦਾ ਪੂਰਾ ਪੰਜਾਬ ਜਿਹੜਾ ਹੈ ਨਾ ਪੂਰਾ ਦੇਸ਼ ਜਿਹੜਾ ਹੈਗਾ ਸਾਹਮਣਾ ਕਰ ਰਿਹਾ ਹੈ ਕਰੋਨਾ ਮਹਾਮਾਰੀ ਦੇ ਵਿੱਚ ਅੱਜ ਆਕਸੀਜਨ ਦੀ ਜਿਹੜੀ ਹੈ ਲਗਾਤਾਰ ਜਿਹੜੀ ਬੜੀਆਂ ਡੈਥ ਰੇਟ ਜਿਹੜਾ ਸਾਡਾ ਲਗਾਤਾਰ ਉੱਪਰ ਵੱਲ ਨੂੰ ਆਉਂਦਾ ਜਾ ਰਿਹਾ ਹੈ। ਅੱਜ ਸਭ ਤੋਂ ਸੰਵੇਦਨਸ਼ੀਲ ਜਿਹੜਾ ਹੈਗਾ ਬਣ ਗਿਆ ਹੈਗਾ ਇੰਡੀਆ ਸਾਡਾ ਇਸ ਮੁੱਦੇ ਦੇ ਉੱਤੇ। ਲੇਕਿਨ ਵਿਰੋਧੀ ਪਾਰਟੀਆਂ ਲਗਾਤਾਰ ਇਹ ਕਹਿ ਰਹੀਆਂ ਨੇ ਕਿ ਮੋਦੀ ਸਾਹਿਬ ਨੇ ਆਪਣੀ ਏਅਰਪੋਰਟ ਤਾਂ ਨਵੇਂ ਉਸਾਰ ਲਏ, ਸਟੈਚੂ ਦੇ ਉੱਤੇ ਤਾਂ ਕਰੋੜਾਂ ਰੁਪਈਆ ਲਾ ਦਿੱਤਾ, ਲੇਕਿਨ ਦੇਸ਼ ਦੇ ਲੋਕਾਂ ਨੂੰ ਜਿੱਥੇ ਆਕਸੀਜਨ ਚਾਹੀਦੀ ਸੀ ਜਾਂ ਜਿੱਥੇ ਵੈਂਟੀਲੇਟਰ ਚਾਹੀਦੇ ਸੀ, ਬੈੱਡ ਚਾਹੀਦੇ ਸੀ, ਉਹਨਾਂ ਦਾ ਇੰਤਜ਼ਾਮ ਮੋਦੀ ਸਾਹਿਬ ਨੇ ਕਿਉਂ ਨਹੀਂ ਕੀਤਾ? ਇਹ ਇੱਕ ਫੈਡਰਲ ਦੇਸ਼ ਹੈ। ਇੱਥੇ ਕੇਂਦਰ ਸਰਕਾਰ ਅਤੇ ਪ੍ਰਦੇਸ਼ਾਂ ਦੀ ਸਰਕਾਰਾਂ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ। ਇਹਦਾ ਜਵਾਬ ਮੈਂ ਤੁਹਾਨੂੰ ਪੰਜਾਬ 'ਤੇ ਦਿਆਂਗਾ ਔਰ ਦਿੱਲੀ 'ਤੇ ਦਿਆਂਗਾ, ਜਿੱਥੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਔਰ ਮੁੱਖ ਮੰਤਰੀ ਕੇਜਰੀਵਾਲ ਨੇ। ਮੋਦੀ ਸਾਹਿਬ ਨੇ ਆਪਣਾ ਕਰਮ ਕੀਤਾ, ਉਹਨਾਂ ਨੇ ਕਰੋਨਾ ਦੇ ਖਿਲਾਫ ਸਫਲ ਲੜਾਈ ਲੜੀ। ਉਹ ਸਾਰੇ ਦੇਸ਼ ਦੇ ਵਿੱਚ ਕਰੋਨਾ ਦੀ ਵੈਂਟੀਲੇਟਰਸ ਦੀਆਂ 2 ਫੈਕਟਰੀਆਂ ਸੀਗੀਆਂ, ਅੱਜ ਸੈਂਕੜੋਂ ਫੈਕਟਰੀਜ਼ ਨੇ। ਅੱਜ PP ਕਿਟਸ ਲੈ ਲਓ, ਅੱਜ ਫੇਸ ਮਾਸਕ ਲੈ ਲਓ, ਅੱਜ ਆਕਸੀਜਨ ਦੀ ਜਿਹੜੇ ਆਕਸੀਮੀਟਰਸ ਨੇ ਉਹ ਲੈ ਲਓ, ਉਹ ਆਕਸੀਜਨ ਕਨਸਨਟ੍ਰੇਟਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ। ਅੱਜ ਕਈ ਫੈਕਟਰੀਜ਼ ਜਿਹੜੀਆਂ ਦੇਸ਼ ਹੀ ਲੱਗ ਗਈਆਂ। ਆਕਸੀਜਨ ਦੀ ਕਮੀ ਦੀ ਪੂਰੀ ਉੱਤਰਦਾਈ ਪੰਜਾਬ ਸਰਕਾਰ ਹੈ ਔਰ ਦਿੱਲੀ ਸਰਕਾਰ ਹੈ। ਮੋਦੀ ਜੀ ਨੇ ਸਮੇਂ ਸਿਰ ਪੰਜਾਬ ਸਰਕਾਰ ਨੂੰ ਗ੍ਰਾਂਟ ਦਿੱਤੀ, ਕਿਉਂਕਿ ਇਹ ਇਕੱਲੀ ਕੇਂਦਰ ਨੇ ਆਕਸੀਜਨ ਨਹੀਂ ਸੀ ਸਪਲਾਈ ਕਰਨੀ, ਸਟੇਟਸ ਨੇ ਆਪਣੀ ਆਕਸੀਜਨ ਵੀ ਜਨਰੇਟ ਕਰਨੀ ਸੀ, ਮੈਨੂਫੈਕਚਰ ਕਰਨੀ ਸੀ। ਉਹਦੇ ਲਈ ਅੰਮ੍ਰਿਤਸਰ ਮੈਡੀਕਲ ਕਾਲਜ, ਪਟਿਆਲਾ ਮੈਡੀਕਲ ਕਾਲਜ ਔਰ ਫਰੀਦਕੋਟ ਮੈਡੀਕਲ ਕਾਲਜ ਦਾ ਚयन ਹੋਇਆ ਕਿ ਇੱਥੇ 3 ਆਕਸੀਜਨ ਪਲਾਂਟ ਜਿਹੜਾ ਸਟੇਟ ਲਗਾਏ, ਪੰਜਾਬ ਲਗਾਏ। ਪੰਜਾਬ ਸਰਕਾਰ ਦੀ ਉਹੀ ਢਿਲਮੁਲ ਨੀਤੀ, ਉਹੀ ਫੇਲੀਅਰ ਕਿ ਉਹ ਲੇਟ ਡੇਜ਼ ਦੇ ਵਿੱਚ ਕੇਵਲ ਫਰੀਦਕੋਟ ਦੇ ਵਿੱਚ ਇੱਕ ਆਕਸੀਜਨ ਪਲਾਂਟ ਲੱਗਾ। ਮੈਂ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਨੂੰ ਕੁਐਸਚਨ ਕਰਨਾ ਚਾਹੁੰਦਾ ਕਿ ਕੇਂਦਰ ਵੱਲ ਤੁਸੀਂ ਉਂਗਲ ਚੁੱਕ ਰਹੇ ਹੋ, ਪਹਿਲੇ ਇਹਦਾ ਜਵਾਬ ਦਿਓ ਕਿ ਅੰਮ੍ਰਿਤਸਰ ਔਰ ਪਟਿਆਲਾ ਦੇ ਮੈਡੀਕਲ ਕਾਲਜਿਸ ਵਿੱਚ ਤੁਸੀਂ ਉਹ ਆਕਸੀਜਨ ਪਲਾਂਟ ਕਿਉਂ ਨਹੀਂ ਲਗਾਏ? ਉਹ ਆਕਸੀਜਨ ਦੀ ਕਮੀ ਦੇ ਕਾਰਨ ਹੀ ਇਸ ਵੇਲੇ ਪੰਜਾਬ ਵਿੱਚ ਆਕਸੀਜਨ ਦੀ ਕਮੀ ਹੈ। ਕੇਂਦਰ ਜਿਹੜਾ ਉਹਨਾਂ ਦਾ ਹਿੱਸਾ ਉਹ ਪੂਰਾ ਦੇ ਰਿਹਾ ਹੈਗਾ। ਜਿਹੜੀ ਆਕਸੀਜਨ ਦੀ ਤੁਸੀਂ ਗੱਲ ਕਰ ਦਿੱਤੀ, ਇਸ ਦੇ ਨਾਲ ਹੀ ਅਸੀਂ ਵੈਕਸੀਨ ਦੀ ਗੱਲ ਕਰੀਏ ਤਾਂ ਅੱਜ ਸਾਡੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਵੈਕਸੀਨ ਹੈ ਨਹੀਂ, ਲੇਕਿਨ ਮੋਦੀ ਸਾਹਿਬ ਨੇ ਦੂਸਰੇ ਦੇਸ਼ਾਂ ਦੀ ਜਿਹੜੀ ਵਾਵਾ ਖੱਟਣ ਲਈ ਪਹਿਲਾਂ ਜਿਹੜੀ ਸਾਡੀ ਵੈਕਸੀਨ ਸੀ ਉਧਰ ਦੂਸਰੇ ਦੇਸ਼ਾਂ ਨੂੰ ਭੇਜ ਦਿੱਤੀ। ਕੀ ਕਹੋਗੇ? ऐसा है कि हमेशा सर्व सुखी नाम सर्वे भवंतु सर्व सुखी नाम ਦਾ ਅਸੀਂ ਨਾਰਾ ਦੇਣ ਵਾਲੇ ਸਰਬਤ ਦਾ ਭਲਾ ਕਰਨ ਵਾਲੀ ਦੇਸ਼ ਆ। ਸੋ ਅਸੀਂ ਆਪ ਵੀ ਆਪਣੇ ਦੇਸ਼ ਦੀ ਸਹਾਇਤਾ ਕੀਤੀ, ਦੂਸਰੇ ਦੇਸ਼ਾਂ ਦੀ ਵੀ ਸਹਾਇਤਾ ਕੀਤੀ। ਪਰ ਅੱਜ
ਮੋਦੀ ਸਾਹਿਬ ਨੇ ਜਦੋਂ ਵੈਕਸੀਨੇਸ਼ਨ ਦੀ ਕੁਝ ਕਮੀ ਆਈ ਤੇ ਸਾਰੇ ਮਿੱਤਰ ਦੇਸ਼ ਜਿਹੜੇ ਨੇ ਉਹ ਭਾਰਤ ਦੀ ਮਦਦ ਕਰ ਰਹੇ ਨੇ। ਅੱਜ ਅਮਰੀਕਾ ਭਾਰਤ ਦੀ ਮਦਦ ਕਰ ਰਿਹਾ, ਅੱਜ ਯੂਰੋਪੀਅਨ ਯੂਨੀਅਨ ਭਾਰਤ ਦੀ ਮਦਦ ਕਰ ਰਿਹਾ, ਅੱਜ ਰਸ਼ੀਆ ਭਾਰਤ ਦੀ ਮਦਦ ਕਰ ਰਿਹਾ, ਅੱਜ ਮਿਡਲ ਈਸਟ ਭਾਰਤ ਦੀ ਮਦਦ ਕਰ ਰਿਹਾ ਔਰ ਨਿਰੰਤਰ ਵੈਕਸੀਨ ਔਰ ਦੂਜੇ ਉਪਕਰਨ ਜਿਹੜੇ ਨੇ ਉਹ ਭਾਰਤ ਵਿੱਚ ਪਹੁੰਚ ਰਹੇ ਨੇ। ਇਹਦਾ ਟੋਟਲ ਸ਼੍ਰੇ ਮੋਦੀ ਸਾਹਿਬ ਦੀ ਡਿਪਲੋਮੈਸੀ ਨੂੰ ਜਾਂਦਾ ਹੈ ਕਿ ਜਿਹੜਾ ਬਾਰ-ਬਾਰ ਸਫ਼ਰ ਕਰਕੇ ਸਾਰੇ ਦੇਸ਼ਾਂ ਨਾਲ ਅੱਛੇ ਸੰਬੰਧ ਬਣਾਏ ਨੇ ਕਿ ਅੱਜ ਸਾਰੀ ਦੁਨੀਆ ਜਿਹੜੀ ਹੈ ਉਹ ਭਾਰਤ ਦੇ ਨਾਲ ਖੜੀ ਹੈ ਇਸ ਕਰੋਨਾ ਦੀ ਬਿਮਾਰੀ ਦਾ ਮੁਕਾਬਲਾ ਕਰਨ ਲਈ। ਭਾਰਤ ਇੱਕ ਵੱਡਾ ਦੇਸ਼ ਹੈ, 130 ਕਰੋੜ ਦੀ ਜਨਸੰਖਿਆ ਹੈ, ਸੋ ਇੱਥੋਂ ਦੀ ਪ੍ਰੋਬਲਮਸ ਵੀ ਜਿਹੜੀਆਂ ਨੇ ਉਹ ਵੱਡੀਆਂ ਨੇ, ਪਰ ਦੁਨੀਆ ਸਾਰੀ ਨੇ ਮੋਦੀ ਜੀ ਦਾ ਸਮਰਥਨ ਕੀਤਾ ਔਰ ਬਹੁਤ ਜਲਦ ਅਸੀਂ ਇਸ ਕਰੋਨਾ ਦੇ ਵਿਜੇ ਪਾ ਲਾਂਗੇ। ਗਰੇਵਾਲ ਉਹਨਾਂ ਨੂੰ ਵੀ ਲਗਾਤਾਰ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੇਕਿਨ ਉਹਨਾਂ ਨੇ ਪਿੱਛੇ ਜੇ ਡੀਜੀਪੀ ਸਾਹਿਬ ਨੂੰ ਲੈਟਰ ਲਿਖਿਆ ਹੈ ਕਿ ਮੈਨੂੰ ਜਿਹੜਾ ਹੈਗਾ ਜਾਨੋਂ ਮਾਰਨ ਦੀਆਂ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ, ਹਾਲਾਂਕਿ ਡੀਜੀਪੀ ਸਾਹਿਬ ਵੱਲੋਂ ਕੋਈ ਰਿਸਪੌਂਸ ਨਹੀਂ ਦਿੱਤਾ ਗਿਆ। ਕੀ ਕਹੋਗੇ? ਜਿਨ੍ਹਾਂ ਨੂੰ ਉਹਨਾਂ ਨੇ ਪੱਤਰ ਲਿਖਿਆ ਹੈ ਜਾਂ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ, ਉਹਨਾਂ ਦੀ ਚੁੱਪੀ ਦੇ ਬਾਰੇ ਤੁਸੀਂ ਕੋਈ ਸਵਾਲ ਨਹੀਂ ਖੜੇ ਕਰੋਗੇ? ਨਹੀਂ, ਮੈਂ ਉਹੀ ਕਹਿ ਰਿਹਾ ਕਿ ਇਹ ਸਵਾਲ ਦਾ ਜਵਾਬ ਡੀਜੀਪੀ ਸਾਹਿਬ ਤੋਂ ਮੰਗੋ, ਜਿਨ੍ਹਾਂ ਨੂੰ ਹਰਜੀਤ ਸਿੰਘ ਗਰੇਵਾਲ ਜੀ ਨੇ ਜਿਨ੍ਹਾਂ ਨੂੰ ਆਪਣੀ ਇਸ ਪ੍ਰੋਬਲਮ ਬਾਰੇ ਜਾਣੂ ਕਰਾਇਆ। ਜਿਨ੍ਹਾਂ ਦਾ ਅੱਜਕੱਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿੱਧੀ ਤੌਰ ਤੇ ਜਿਹੜੀ ਵਾਰ ਤਲਵੀ ਜਿਹੜੀ ਚੱਲਦੀ ਆ ਰਹੀ ਹੈ, ਤੇ ਉਹ ਕਹਿੰਦੇ ਪਏ ਨੇ ਕਿ ਭਾਜਪਾ ਦੇ ਵਿੱਚ ਉਹਨਾਂ ਦੇ ਆਉਣ ਦੇ ਲਈ ਦਰਵਾਜ਼ੇ ਖੁੱਲ੍ਹੇ ਨੇ, ਪਰ ਉਹ ਇਹ ਸੋਚ ਕੇ ਨਾਨ ਕਿ ਉਹਨਾਂ ਨੂੰ ਇੱਥੇ ਮੁੱਖ ਮੰਤਰੀ ਜਿਹੜਾ ਬਣਾਇਆ ਜਾਵੇਗਾ। ਉਹ ਸਾਡਾ ਪਾਰਲੀਮੈਂਟਰੀ ਬੋਰਡ ਕਰਦਾ ਹੈ ਔਰ ਪ੍ਰਧਾਨ ਮੰਤਰੀ ਜੀ ਉਹਦੇ 'ਚ ਰਹਿੰਦੇ ਨੇ, ਉਹਦੇ 'ਚ ਸਾਡੇ ਰਾਸ਼ਟਰੀ ਅਧਿਕਸ਼ ਜਗਤ ਪ੍ਰਕਾਸ਼ ਨੱਡਾ ਜੀ ਰਹਿੰਦੇ ਨੇ। ਕਿਸੇ ਦੇ ਵੀ ਪਾਰਟੀ ਜੁਆਇਨਿੰਗ ਕਰਨੀ ਬਾਰੀ ਜਿਹੜੇ ਨਿਰਣੈ ਪਾਰਲੀਮੈਂਟਰੀ ਬੋਰਡ ਕਰਦਾ ਹੈ, ਸੋ ਉਹ ਉਹਦੇ ਲਈ ਅਧਿਕ੍ਰਿਤ ਨੇ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਠੀਕ ਚਿਹਰਾ ਹੈਗੇ ਨੇ? ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਅਜਿਹਾ ਚਿਹਰਾ ਹੈ ਜੋ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਵੀ ਬਹੁਤ ਸਾਰੀਆਂ ਤਿੱਖੀਆਂ ਟਿੱਪਣੀਆਂ ਕਰ ਚੁੱਕੇ ਨੇ। ਕੀ ਕਹੋਗੇ? ਨਵਜੋਤ ਸਿੰਘ ਸਿੱਧੂ ਨੇ ਮੋਦੀ ਸਾਹਿਬ ਨਾਲ ਵਿਸ਼ਵਾਸਘਾਤ ਕੀਤਾ, ਭਾਰਤੀ ਜਨਤਾ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ। ਮੁੱਖ ਮੰਤਰੀ ਦੀ ਕੁਰਸੀ ਲਈ ਉਹ ਕਾਂਗਰਸੀ ਚਲੇ ਗਏ। ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ਲਈ ਜਦੋਂ ਆਖਰੀ ਸਮਾਂ ਆ ਜਾਂਦਾ ਹੈ ਉਸ ਵੇਲੇ ਉਹ ਬਾਹਰ ਨਿਕਲਦੇ ਨੇ। ਜਦੋਂ ਭਾਜਪਾ ਵਿੱਚ ਵੀ ਰਹੇ ਔਰ ਭਾਜਪਾ ਦੀ ਸਰਕਾਰ ਵਿੱਚ ਰਹੇ, ਪੂਰਾ ਸਰਕਾਰ ਨੂੰ ਇੰਜੋਏ ਕੀਤਾ, ਆਖਰੀ ਦਿਨ ਤੱਕ ਸਰਕਾਰ ਵਿੱਚ ਰਹੇ। ਕਿਉਂ ਨਹੀਂ ਸੀ ਉਹਨਾਂ ਨੇ ਉਸ ਵੇਲੇ ਤਿਆਗ ਪੱਤਰ ਦਿੱਤਾ? ਸਰਕਾਰ ਤੋਂ ਤਿਆਗ ਪੱਤਰ ਦੇਣਾ ਸੀ, ਉਹਨਾਂ ਦੀ ਸ਼੍ਰੀਮਤੀ CPS ਸੀਗੀ, ਉਹ ਤਿਆਗ ਪੱਤਰ ਦਿੰਦੇ, ਉਹ CPS ਬਣ ਕੇ ਬੈਠੇ ਰਹੇ। ਉਸ ਤੋਂ ਬਾਅਦ ਕਾਂਗਰਸ ਵਿੱਚ ਵੀ ਉਹ ਅਪਮਾਨ ਸਹਿੰਦੇ ਹੋਏ ਬੈਠੇ ਰਹੇ, ਉਹਨਾਂ ਤੋਂ ਮੰਤਰਾਲੇ ਖੋਲ੍ਹੇ ਗਏ, ਫਿਰ ਵੀ ਬੈਠੇ ਰਹੇ। ਹੁਣ ਜਦੋਂ ਪੂਰਾ ਆਨੰਦ ਲੈ ਲਿਆ ਸਰਕਾਰ ਦੀਆਂ ਸੁਵਿਧਾਵਾਂ ਦਾ ਤੇ ਸਰਕਾਰ ਜਾਣ ਵਾਲੀ ਹੈ, ਤੇ ਹੁਣ ਅਗਲੀ ਜਿਹੜੇ ਨਿਸ਼ਾਨੇ ਦੇ ਉੱਤੇ ਜਾਣ ਦੀ ਤਿਆਰੀ ਹੈ। ਮੈਂ ਤਾਂ ਉਹਨਾਂ ਨੂੰ ਮਾਈਗ੍ਰੇਟਰੀ ਬਰਡ ਕਹਿੰਦਾ ਵਾ, ਪ੍ਰਵਾਸੀ ਪੰਛੀ ਕਹਿੰਦਾ, ਜਿਹੜਾ ਮੌਸਮ ਦੇ ਮੁਤਾਬਕ ਆਪਣਾ ਨਵਾਂ ਗੰਤਵਯ ਜਿਹੜਾ ਉਹ ਢੂੰਡਦਾ ਹੈਗਾ। ਔਰ ਇਸੇ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਾਰਟੀ ਨੂੰ ਵਿਸ਼ਵਾਸ ਕਰੇਗੀ। ਔਰ ਅੱਜ ਉਹਨਾਂ ਨੇ ਜੋ ਹਰ ਪਾਰਟੀ ਦੇ ਨਾਲ ਵਿਸ਼ਵਾਸਘਾਤ ਕੀਤਾ, ਮੈਨੂੰ ਨਹੀਂ ਲੱਗਦਾ ਕਿ ਅੱਜ ਉਹ ਕਿਸੇ ਵੀ ਪਾਰਟੀ ਜਾ ਸਕਣਗੇ। ਟਿੱਪਣੀ ਆਈ ਹੈ ਕੁੰਵਰ ਵਿਜੇ ਪ੍ਰਤਾਪ ਦੇ ਬਾਰੇ, ਤੇ ਉਸ ਤੋਂ ਇਲਾਵਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਟੇਟਮੈਂਟ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਜਿਹੜਾ ਸਾਰਾ ਫੈਸਲਾ ਹੈ, ਜਿਹੜੀਆਂ ਟਿੱਪਣੀਆਂ ਨੇ ਉਹ ਰਾਜਨੀਤੀ ਤੋਂ ਪ੍ਰੇਰਿਤ ਨੇ। ਤੋਂ ਪ੍ਰੇਰਿਤ ਹੈ ਕਾਂਗਰਸ ਦੀ ਅਮਰਿੰਦਰ ਸਰਕਾਰ ਹਮੇਸ਼ਾ ਰਾਜਨੀਤੀ ਤੋਂ ਪ੍ਰੇਰਿਤ ਰਹੀ ਹੈ, ਪਰ ਕਿਉਂਕਿ ਇਹ ਕੋਰਟ ਦਾ ਮਾਮਲਾ ਹੈ, ਮੈਂ ਇਹਦੇ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਮੈਂ ਮਾਨਯੋਗ ਕੋਰਟ ਦਾ ਹਮੇਸ਼ਾ ਸਨਮਾਨ ਕੀਤਾ ਹੈ। ਹਾਈ ਕੋਰਟ ਜਿਹੜੀ ਹੈ ਉਹ ਸਨਮਾਨਯੋਗ ਹੈ, ਸੁਪਰੀਮ ਕੋਰਟ ਸਨਮਾਨਯੋਗ ਹੈ, ਸਾਰੀਆਂ ਹੀ ਕੋਰਟ ਸਨਮਾਨਯੋਗ ਹੈ। ਮੈਂ ਕੋਰਟ ਦਾ ਜੋ ਨਿਰਣਾ ਹੈ ਉਹਦੇ 'ਤੇ ਟਿੱਪਣੀ ਨਹੀਂ ਕਰਾਂਗਾ। ਹਾਲੇ ਤੱਕ ਸਜ਼ਾ ਨਹੀਂ ਮਿਲੀ, ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਪੰਜਾਬ ਦੇ ਲੋਕ ਲਗਾਤਾਰ ਆਵਾਜ਼ ਚੁੱਕ ਰਹੇ ਨੇ, ਲਗਾਤਾਰ ਸਿੱਟ ਬਣ ਰਹੀ ਹੈ ਨਾ ਕਿਸੇ ਕਰਕੇ ਜਿਹੜਾ ਮਾਮਲਾ ਅੱਗੇ ਦੀ ਅੱਗੇ ਲਟਕਦਾ ਜਾ ਰਿਹਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਤੱਕ ਜਿਹੜਾ ਹੈਗਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ? ਕਿਉਂਕਿ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਨੇ, ਹਾਲਾਂਕਿ ਜੇਕਰ ਅਸੀਂ ਆਪ ਦੀ ਗੱਲ ਕਰੀਏ ਤਾਂ ਆਪਨੇ ਵੀ ਇਹ ਗੱਲ ਕਹੀ ਹੈ ਕਿ ਕਾਂਗਰਸ ਦੇ ਔਰ ਅਕਾਲੀ ਦਲ ਦੋਨੋਂ ਦੋਸਤਾਨਾ ਮੈਚ ਖੇਡ ਰਹੇ ਨੇ। ਇਸ ਬਾਰੇ ਅਸੀਂ ਇਹ ਕਿਹਾ ਭਾਰਤੀ ਜਨਤਾ ਪਾਰਟੀ ਨੇ ਕਿ ਮੁੱਖ ਮੰਤਰੀ ਸੀਰੀਅਸ ਨਹੀਂ ਹੈਗੇ ਔਰ ਮੁੱਖ ਮੰਤਰੀ ਇਹਦੇ ਵਿੱਚ ਵਿਰੋਧਾਭਾਸ ਕਰ ਰਹੇ ਨੇ। ਔਰ ਮੁੱਖ ਗਵਾਹ ਜਿਹੜੇ ਸੀ ਉਹਨਾਂ ਨੇ ਕਿਹਾ ਕਿ ਕਾਂਗਰਸੀ ਮੰਤਰੀ ਸੰਤੋਖ ਸਿੰਘ ਰੰਧਾਵਾ ਜੀ ਨੇ ਜਬਰਨ ਮੇਰੇ ਤੋਂ ਸਾਈਨ ਕਰਾਏ ਨੇ। ਬਾਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੇ ਨਾਲ ਜੋ ਛੇੜਛਾੜ ਹੋਈ, ਅਪਮਾਨ ਹੋਇਆ ਹੈ, ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਮ੍ਰਿਤੂ ਦੰਡ ਮਿਲਣਾ ਚਾਹੀਦਾ, ਪਰ ਉਹ ਦੋਸ਼ੀਆਂ ਨੂੰ ਮਿਲਣਾ ਚਾਹੀਦਾ ਹੈ, ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਕਾਂਗਰਸ ਦੁਆਰਾ ਬਣਾਏ ਗਏ ਦੋਸ਼ੀਆਂ ਨੂੰ ਨਹੀਂ। ਸੋ ਅੱਜ ਵੀ ਮੈਂ ਮੰਗ ਦੁਹਰਾਨਾ ਵਾਂ ਕਿ ਕਾਂਗਰਸ ਫੇਲ ਹੋਈ ਹੈ, ਇਹ ਨਿਆਂ ਮਿਲਣਾ ਚਾਹੀਦਾ ਸੀਗਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ 'ਚ ਦੋਸ਼ੀਆਂ ਨੂੰ ਮ੍ਰਿਤੂ ਦੰਡ ਮਿਲਣਾ ਚਾਹੀਦਾ ਸੀ। ਜਿਹੜੀ ਪਾਰਟੀ ਵੱਲੋਂ ਕੀਤੀ ਗਈ ਹੈ, ਕਿਉਂਕਿ ਵਿਰੋਧ ਤਾਂ ਚੱਲ ਹੀ ਰਿਹਾ ਹੈ, ਇਹ ਵਿਰੋਧ ਦੇ ਚੱਲਦੇ ਹੋਏ ਲੱਗਦਾ ਹੈ ਕਿ ਪਾਰਟੀ ਕੁਝ ਸੀਟਾਂ ਲੈ ਪਾਏਗੀ। ਇਹ ਹੈ ਜਿਹੜੀ ਕਿ
ਸੱਤਾ ਨੂੰ ਸੇਵਾ ਦਾ ਮਾਧਿਅਮ ਸਮਝਦੀ ਹੈ। ਅਸੀਂ 2 ਪਾਰਲੀਮੈਂਟ ਦੀ ਸੀਟਾਂ ਤੋਂ 303 ਪਾਰਲੀਮੈਂਟ ਦੀ ਸੀਟਾਂ ਤੱਕ ਪਹੁੰਚੇ ਹਾਂ। ਅੱਜ 70% ਦੇਸ਼ ਦੇ ਭੂ-ਭਾਗ ਜ਼ਮੀਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ। ਅਸੀਂ ਅਸਾਮ ਵਿੱਚ ਸਰਕਾਰ ਬਣਾਈ, ਅਸੀਂ ਪੰਡਿਚੇਰੀ ਸਰਕਾਰ ਬਣਾਈ, ਅਸੀਂ ਅੱਜ ਗੋਆ ਦੇ ਵਿੱਚ ਸਰਕਾਰ ਬਣਾਈ, ਨਾਰਥ ਈਸਟ ਸਾਰੇ ਦੇ ਵਿੱਚ ਸਰਕਾਰਾਂ ਬਣਾਈਆਂ ਨੇ। ਕਰਨਾਟਕਾ ਦੇ ਵਿੱਚ ਸਰਕਾਰ ਬਣਾਈ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੀ ਕਦੀ ਵੀ ਕੋਈ ਪੈਠ ਨਹੀਂ ਸੀ। ਹੁਣ ਅਸੀਂ ਵੈਸਟ ਬੰਗਾਲ ਵਿੱਚ ਵੀ ਸਰਕਾਰ ਬਣਾਉਣ ਜਾ ਰਹੇ ਹਾਂ। ਅਸੀਂ ਹਰਿਆਣਾ ਦੇ ਵਿੱਚ ਵੀ ਸਰਕਾਰ ਬਣਾਈ ਜਿੱਥੇ ਅਸੀਂ ਲੋਕ ਦਲ ਦੇ ਨਾਲ ਇੱਕ ਛੋਟੀ ਪਾਰਟੀ ਬਣ ਕੇ ਸਾਂਝ ਕੀਤੀ ਸੀ। ਸੋ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਸਾਂਝ ਟੁੱਟਣ ਤੋਂ ਬਾਅਦ ਅੱਜ ਦੂਸਰੀ ਵਾਰੀ ਭਾਜਪਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਜੀ ਬਣੇ ਨੇ, ਉਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਬਣਨਗੇ ਕਿਉਂਕਿ ਗੱਡੀ ਦੇ ਦੋਨੋਂ ਪਹੀਏ ਜਦੋਂ ਇੱਕੋ ਪਾਰਟੀ ਦੇ ਹੋਣਗੇ ਤਾਂ ਪੰਜਾਬ ਦਾ ਵਿਕਾਸ ਜਿਹੜਾ ਹੈ ਉਹ ਬੁਲੇਟ ਟ੍ਰੇਨ ਦੀ ਗਤੀ ਨਾਲ ਦੌੜੇਗਾ। 2022 ਦੇ ਵਿੱਚ ਪੂਰਨ ਬਹੁਮਤ ਦੀ ਸਰਕਾਰ ਪੰਜਾਬ ਵਿੱਚ ਬਣੇਗੀ। ਇਸੇ ਬਾਅਦ ਸੋਸ਼ਲ ਮੀਡੀਆ ਦੀ ਜੇਕਰ ਗੱਲ ਕਰੀਏ ਤਾਂ ਅੱਜ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜਿਹੜੀ ਹੈਗੀ ਐਂਟੀ ਕੰਪੇਨ ਚੱਲ ਰਹੀ ਹੈ ਕਿ ਕਰੋਨਾ ਮਹਾਮਾਰੀ ਦੇ ਵਿੱਚ ਜਿਹੜੀਆਂ 5 ਸਟੇਟ ਦੇ ਵਿੱਚ ਇਲੈਕਸ਼ਨ ਹੋਈਆਂ, ਪ੍ਰਧਾਨ ਸੇਵਕ ਨੇ ਜਿਹੜਾ ਹੈਗਾ ਇਸ ਚੀਜ਼ ਨੂੰ ਜਿਹੜਾ ਨਜ਼ਰਅੰਦਾਜ਼ ਨਹੀਂ ਕਰਨਾ ਚਾਹਿਆ। ਨਾ ਹੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਕੋਈ ਚਿੱਠੀ ਲਿਖੀ ਕਿ ਇਹਨਾਂ ਨੂੰ ਜਿਹੜਾ ਰੱਦ ਕੀਤਾ ਜਾਵੇ। ਇਲੈਕਸ਼ਨ ਕਮਿਸ਼ਨ ਨੂੰ ਕੋਈ ਇਸ ਤਰੀਕੇ ਦੀ ਜਿਹੜੀ ਸਟੇਟਮੈਂਟ ਉਹਨਾਂ ਦੀ ਜਿਹੜੀ ਹੈਗੀ ਸਾਹਮਣੇ ਨਹੀਂ ਆਈ। ਕੀ ਇਹ ਮੰਨਦੇ ਹੋ ਕਿ ਇਹ ਜਿਹੜੀ ਹੈਗੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਐਂਟੀ ਕੰਪੇਨ ਚਲਾ ਰਹੀਆਂ ਨੇ? ਦੇਸ਼ ਦੀ ਸੇਵਾ ਦੇ ਲਈ 18 ਘੰਟੇ ਦਿਨ ਦੇ ਵਿੱਚ ਕੰਮ ਕਰਦੇ ਨੇ। ਉਹ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦਾ ਕੋਈ ਪਰਿਵਾਰਿਕ ਸਦੱਸਿਆ ਪ੍ਰਧਾਨ ਮੰਤਰੀ ਕਾਰਜ ਨਿਵਾਸ ਦੇ ਵਿੱਚ ਨਹੀਂ ਰਹਿੰਦਾ। ਉਹ ਹਰ ਵੇਲੇ ਲੋਕਾਂ ਦੀ ਡਿਵੈਲਪਮੈਂਟ, ਲੋਕਾਂ ਦਾ ਵਿਕਾਸ, ਲੋਕ ਹਿੱਤ ਦੀ ਯੋਜਨਾਵਾਂ ਬਾਰੇ ਸੋਚਦੇ ਨੇ। ਉਹ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਅੱਜ ਤੱਕ ਕੋਈ ਛੁੱਟੀ ਨਹੀਂ ਲਈ। ਉਹ ਪਹਿਲੇ ਪ੍ਰਧਾਨ ਮੰਤਰੀ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਦੌਰਾ ਕਰਦੇ ਨੇ ਅਤੇ ਆਪਣਾ ਵਿਸ਼ਰਾਮ ਦਾ ਸਮੇਂ ਹਵਾਈ ਜਹਾਜ਼ ਵੀ ਬਿਤਾਉਂਦੇ ਨੇ ਤਾਂ ਕਿ ਸਮੇਂ ਬਰਬਾਦ ਨਾ ਹੋਏ। ਅੱਜ ਵੀ ਉਹ ਪੂਰੀ ਤਰ੍ਹਾਂ ਦੇ ਨਾਲ ਕਰੋਨਾ ਦੇ ਨਾਲ ਦੇਸ਼ ਨੂੰ ਬਚਾਉਣ ਦੇ ਵਿੱਚ ਪ੍ਰਧਾਨ ਮੰਤਰੀ ਜੀ ਦਾ ਬਹੁਤ ਵੱਡਾ ਰੋਲ ਹੈ। ਜਿਹੜਾ ਚੁਣਾਵ ਹੈ ਉਹ ਚੁਣਾਵ ਕਮਿਸ਼ਨ ਕਰਾਉਂਦਾ, ਉਹ ਸਰਕਾਰ ਦੇ ਅਧੀਨ ਨਹੀਂ ਹੈ, ਆਟੋਨੋਮਸ ਬਾਡੀ ਹੈ। ਔਰ ਜਿਸ ਵੇਲੇ ਵੀ ਚੁਣਾਵ ਘੋਸ਼ਿਤ ਹੁੰਦਾ ਸਾਰੀਆਂ ਪਾਰਟੀਆਂ ਨੇ ਭਾਗ ਲਿਆ। ਭਾਰਤੀ ਜਨਤਾ ਪਾਰਟੀ ਨੇ ਵੀ ਭਾਗ ਲਿਆ ਚੁਣਾਵਾਂ ਵਿੱਚ, ਕਾਂਗਰਸ ਨੇ ਵੀ ਭਾਗ ਲਿਆ, ਉਹਦੇ 'ਚ ਮਾਰਕਸਵਾਦੀ ਪਾਰਟੀ ਨੇ ਵੀ ਭਾਗ ਲਿਆ, ਉਹਦੇ 'ਚ ਓਬੀਸੀ ਜੀ ਜਿਹੜੇ ਨੇ ਉਹਨਾਂ ਦੀ ਪਾਰਟੀ ਨੇ ਵੀ ਭਾਗ ਲਿਆ। ਇਹ ਇੱਕ ਪੋਲੀਟੀਕਲ ਪ੍ਰੋਸੈਸ ਹੈ। ਇਹ ਤਾਂ ਚੁਣਾਵ ਆਯੋਗ ਦਾ ਫੈਸਲਾ ਹੈ। ਜਦੋਂ ਚੁਣਾਵ ਆਯੋਗ ਚੁਣਾਵ ਘੋਸ਼ਿਤ ਕਰੇਗਾ ਤਾਂ ਰਾਜਨੀਤਿਕ ਪਾਰਟੀ ਦੇ ਕਾਰਜਕਰਤਾ ਹੋਣ ਦੇ ਨਾਲ ਮੋਦੀ ਜੀ ਨੂੰ ਉਹਦੇ 'ਚ ਕੰਮ ਕਰਨਾ ਪਏਗਾ ਕਿਉਂਕਿ ਮੋਦੀ ਜੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ। ਮੋਦੀ ਜੀ ਨੂੰ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਬਣਾਇਆ ਹੈ, ਪਰ ਉਹਦੇ ਨਾਲ ਹੀ ਪ੍ਰਧਾਨ ਮੰਤਰੀ ਹੋਣ ਦੀ ਜਿਹੜੀ ਸੇਵਾਵਾਂ ਨੇ ਉਹ ਨਿਰੰਤਰ ਦਿੰਦੇ ਜਾ ਰਹੇ ਨੇ। ਇਹ ਵਿਰੋਧੀ ਪਕਸ਼ ਨਾ ਉਹਨਾਂ 'ਤੇ ਭ੍ਰਿਸ਼ਟਾਚਾਰ ਦਾ ਆਰੋਪ ਲਾ ਸਕੇ, ਨਾ ਉਹਨਾਂ ਦੇ ਵਿਕਾਸ ਦਾ ਆਰੋਪ ਲਾ ਸਕੇ। 2 ਵਾਰ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੀ ਉਹ ਦੁਰਗਤੀ ਹੋਈ ਕਿ ਉਹ ਇੰਨੇ ਨਿਚਲੇ ਲੈਵਲ 'ਤੇ ਆ ਗਈ ਕਿ ਆਪਣਾ ਵਿਪਕਸ਼ ਦਾ ਨੇਤਾ ਵੀ ਨਹੀਂ ਬਣਾ ਸਕੀ। ਸੋ ਹੁਣ ਤੱਥਹੀਣ ਆਰੋਪ ਲਾ ਰਹੇ ਨੇ। ਹੁਣ ਰਾਹੁਲ ਗਾਂਧੀ ਨੇ ਆਰੋਪ ਲਾਇਆ ਸੀ ਰਾਫੇਲ 'ਤੇ, ਬਾਅਦ ਹੀ ਜਾ ਕੇ ਸਾਰੇ ਦੇਸ਼ ਔਰ ਭਾਜਪਾ ਤੋਂ ਮਾਫੀ ਮੰਗਣੀ ਪਈ ਰਾਹੁਲ ਗਾਂਧੀ ਨੂੰ। ਸੁਪਰੀਮ ਕੋਰਟ ਹੀ ਜਾ ਕੇ ਮੈਂ ਝੂਠਾ ਆਰੋਪ ਲਾਇਆ ਸੀ। ਸੋ ਮੈਂ ਸਮਝਦਾ ਵਾਂ ਇਹ ਵਿਰੋਧੀ ਪਾਰਟੀਆਂ ਦੀ ਕੰਪੇਨ ਹੈ। ਜਨਤਾ ਦੇ ਠੁਕਰਾਏ ਹੋਏ ਲੋਕ ਨੇ ਜਿਹੜੇ ਜਿਨ੍ਹਾਂ ਨੇ ਜਨਤਾ ਨਾਲ ਵਿਸ਼ਵਾਸਘਾਤ ਕੀਤਾ, ਭ੍ਰਿਸ਼ਟਾਚਾਰ ਕੀਤਾ, ਜਿਨ੍ਹਾਂ ਨੂੰ ਜਨਤਾ ਅੱਜ ਹਾਸ਼ੀਏ 'ਤੇ ਲੈ ਗਈ ਹੈ, ਉਹ ਆਪਣੀ ਧਰਾਤਲ ਤਲਾਸ਼ਣ ਦੇ ਲਈ ਅੱਜ ਛੜਯੰਤਰ ਦਾ ਸਹਾਰਾ ਲੈ ਕੇ ਇਹ ਸਾਰਾ ਵਿਰੋਧ ਕਰ ਰਹੇ ਨੇ। ਜਿਹਦਾ ਅਸੀਂ ਲੰਬੇ ਸਮੇਂ ਤੋਂ ਜ਼ਿਕਰ ਕਰ ਰਹੇ ਹਾਂ ਕਿਸਾਨ ਅੰਦੋਲਨ, ਕਿਸਾਨਾਂ ਨੂੰ ਤਰੀਕ ਤੇ ਤਰੀਕ ਮਿਲ ਰਹੀ ਹੈ ਪਰ ਹੱਲ ਕਿਤੇ ਵੀ ਨਿਕਲਦਾ ਨਜ਼ਰ ਨਹੀਂ ਆ ਰਿਹਾ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਸਾਨ ਅੰਦੋਲਨ ਨੂੰ ਕੋਈ ਠੱਲ ਪਏਗੀ ਜਾਂ ਉਹਨਾਂ ਨੂੰ ਕੋਈ ਇਨਸਾਫ ਮਿਲੇਗਾ ਜਾਂ ਕੋਈ ਨਾ ਕੋਈ ਹੱਲ ਜਿਹੜਾ ਹੈਗਾ ਨਿਕਲੇਗਾ। ਪ੍ਰਧਾਨ ਮੰਤਰੀ ਮੋਦੀ ਜੀ ਔਰ ਕ੍ਰਿਸ਼ੀ ਮੰਤਰੀ ਨਰਿੰਦਰ ਸਿੰਘ ਤੋਮਰ ਜੀ ਇਮਾਨਦਾਰੀ ਦੇ ਨਾਲ ਇਹਦਾ ਹੱਲ ਕੱਢਣ ਲੱਗੇ ਨੇ। ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਕਿਸਾਨ ਮੇਰੇ ਤੋਂ ਸਿਰਫ ਇੱਕ ਫੋਨ ਕਾਲ ਦੂਰ ਨੇ, ਮੈਂ ਕਿਸਾਨਾਂ ਦਾ ਹਿਤੈਸ਼ੀ ਹਾਂ। ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਕਿਸਾਨਾਂ ਨੂੰ ਨਿਊਨਤਮ ਖੇਤੀ ਮੁੱਲ ਡਬਲ ਕੀਤਾ। ਇਹ ਮੋਦੀ ਜੀ ਨੇ ਜਿਨ੍ਹਾਂ ਨੇ 6000 ਪੈਨਸ਼ਨ ਕਿਸਾਨਾਂ ਨੂੰ ਦਿੱਤੀ ਔਰ 4 ਮਹੀਨੇ ਬਾਅਦ ਜਿਹੜੀ ਕਿਸ਼ਤ ਜਾਂਦੀ ਹੈ ਪੈਨਸ਼ਨ ਦੀ 26,000 ਕਰੋੜ ਰੁਪਏ ਕਿਸ਼ਤ ਜਾਂਦੀ ਹੈ। ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਨ੍ਹਾਂ ਦੇ ਰਾਜ ਦੇ ਵਿੱਚ ਯੂਰੀਆ ਅੱਜ ਬਿਨਾਂ ਕਿਸੇ ਬਲੈਕ ਦੇ ਮਿਲ ਰਿਹਾ ਹੈ, ਬਿਨਾਂ ਕਿਸੇ ਧੋਖਾਧੜੀ ਦੇ ਮਿਲ ਰਿਹਾ, ਜਦਕਿ ਕਾਂਗਰਸ ਸਰਕਾਰਾਂ 'ਚ ਕਾਂਗਰਸ ਦੇ ਲੋਕ ਜਮਾਖੋਰੀ ਕਰ ਲੈਂਦੇ ਸੀ ਔਰ ਉਸ ਤੋਂ ਬਾਅਦ ਯੂਰੀਆ ਨੂੰ ਬਲੈਕ ਮਾਰਕੀਟਿੰਗ ਕਰਦੇ ਸੀ ਔਰ ਲੋਕਾਂ ਨੂੰ ਕਿਸਾਨਾਂ ਨੂੰ ਡੰਡੇ ਪੈਂਦੇ ਸੀ। ਇਹ ਮੋਦੀ ਜੀ ਨੇ ਜਿਨ੍ਹਾਂ ਨੇ ਕ੍ਰੌਪ ਇੰਸ਼ੋਰੈਂਸ ਕੀਤੀ ਹੈ ਔਰ ਕਿਸਾਨਾਂ ਨੂੰ ਉਹਨਾਂ ਦੀ ਨੁਕਸਾਨ ਦੀ ਭਰਪਾਈ ਕੀਤੀ ਹੈ। ਸੋ ਅਸਲੀ ਕਿਸਾਨਾਂ ਦੀ ਹਿਤੈਸ਼ੀ ਭਾਰਤੀ ਜਨਤਾ ਪਾਰਟੀ ਹੈ, ਵਿਰੋਧੀ ਕਾਂਗਰਸ ਪਾਰਟੀ ਹੈ।
ਸੋ ਇਹ ਸਨ ਸ਼ਵੇਤ ਮਲਿਕ ਜੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਤੁਹਾਡੀ ਪੂਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਜਿਹੜੀ ਚਰਚਾ ਕਰਵਾਈ ਹੈ ਤੇ ਜਿਹੜੀ ਇਹਨਾਂ ਦੀ ਗੱਲ ਜਿਹੜੀ ਖਾਸ ਤੌਰ 'ਤੇ ਨਿਕਲ ਕੇ ਆਈ ਹੈ, ਕਿਉਂਕਿ ਜਿਹੜੀ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੂਸਰੇ ਦੇਸ਼ਾਂ ਨੂੰ ਖੁਸ਼ ਕਰਨ ਲਈ ਔਰ ਵਾਹ-ਵਾਹ ਖੱਟਣ ਲਈ ਜਿਹੜੀ ਵੈਕਸੀਨ ਦਿੱਤੀ ਹੈਗੀ, ਉਹਦੇ ਅਸਲ ਦੇ ਵਿੱਚ ਇਹ ਮੰਨਦੇ ਨੇ ਕਿ ਜਿਹੜਾ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਸਾਡੀ ਕੌਮ ਹੈ ਤੇ ਸਰਬੱਤ ਦੇ ਭਲੇ ਦੇ ਲਈ ਜਿਹੜੀ ਸਾਡੇ ਜੇਕਰ ਦੇਸ਼ ਨੇ ਦੂਸਰੇ ਦੇਸ਼ਾਂ ਨੂੰ ਜੇਕਰ ਵੈਕਸੀਨ ਦਿੱਤੀ ਸੀ ਤਾਂ ਉਹ ਕੁਝ ਗਲਤ ਨਹੀਂ ਸੀ, ਕਿਉਂਕਿ ਅੱਜ ਜੇਕਰ ਅਸੀਂ ਕਿਸੇ ਸਮੇਂ ਉਹਨਾਂ ਦੀ ਮਦਦ ਕੀਤੀ ਸੀ ਤਾਂ ਅੱਜ ਸਾਡੇ ਦੇਸ਼ ਨੂੰ ਜਦੋਂ ਲੋੜ ਹੈ ਤੇ ਹਰ ਇੱਕ ਲਗਭਗ ਕਾਫੀ ਕੰਟਰੀਜ਼ ਨੇ ਜਿਹੜਾ ਹੈਗਾ ਆਫਰ ਕਰ ਦਿੱਤੀ ਹੈ ਕਿ ਅਸੀਂ ਤੁਹਾਡੇ ਦੇਸ਼ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਅਸੀਂ ਤੁਹਾਨੂੰ ਭੇਜਾਂਗੇ। ਤੇ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਿਸਾਨ ਅੰਦੋਲਨ ਤੋਂ ਔਰ ਕਿਸਾਨ ਜਥੇਬੰਦੀਆਂ ਤੋਂ ਇੱਕ ਫੋਨ ਕਾਲ ਦੂਰ ਹਨ, ਪਰ ਇਹ ਫੋਨ ਕਾਲ ਕਦੋਂ ਕਿਸਾਨਾਂ ਤੱਕ ਪਹੁੰਚਦੀ ਹੈ ਔਰ ਕਦੋਂ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਹੈ, ਇਹ ਤਾਂ ਹਲੇ ਭਵਿੱਖ ਦੇ ਘਰ ਵਿੱਚ ਹੈ। ਤਦ ਤੱਕ ਲਈ ਮੈਨੂੰ ਹਰਦੀਪ ਕੌਰ ਵਿਰਕ ਨੂੰ ਔਰ ਮੇਰੇ ਨਾਲ ਸ਼ਵੇਤ ਮਲਿਕ ਜੀ ਨੂੰ ਦੇ ਦਿਓ ਇਜਾਜ਼ਤ। ਦੇਖਦੇ ਰਹੋ ਚੜ੍ਹਦੀ ਕਲਾ ਟਾਈਮ TV ਚੈਨਲ।